ਹੈਲੋ ਮਾਈ ਡੀਅਰ ਸਟੂਡੈਂਟਸ ਆਫ 8th ਕਲਾਸ। ਬੇਟਾ ਜੀ ਤੁਹਾਡਾ 15 ਤਰੀਕ ਨੂੰ ਜਿਹੜਾ ਸਟੇਟ ਦਾ ਟੈਸਟ ਹੈ ਧਾਤਾਂ ਅਤੇ ਅਧਾਤਾਂ ਅਤੇ ਤੁਹਾਡਾ ਅਧਿਆਇ 5ਵਾਂ ਕੋਲਾ ਅਤੇ ਪੈਟਰੋਲੀਅਮ, ਕੋਲ ਅਤੇ ਪੈਟਰੋਲ ਉਹ ਆਉਣਾ ਹੈ। ਤਾਂ ਬੇਟਾ ਜੀ ਜਿਹੜਾ ਧਾਤਾਂ ਅਧਾਤਾਂ ਚੈਪਟਰ ਹੈ ਉਹਦੀ ਮੈਂ ਤੁਹਾਨੂੰ ਐਕਸਪਲੇਨ ਈਚ ਐਂਡ ਐਵਰੀਥਿੰਗ ਉਹਦੀ ਜਾਣਕਾਰੀ ਮੈਂ ਤੁਹਾਨੂੰ ਦਿੱਤੀ ਹੈ। ਅੱਜ ਜਿਹੜਾ ਮੈਂ ਅਧਿਆਇ ਡਿਸਕਸ ਕਰਨ ਜਾ ਰਹੀ ਹਾਂ ਤੁਹਾਡੇ ਨਾਲ ਉਹ ਤੁਹਾਡਾ 5ਵਾਂ ਅਧਿਆਇ ਹੈ ਕੋਲਾ ਅਤੇ ਪੈਟਰੋਲੀਅਮ। ਰਿਡਿਊਸ ਸਿਲੇਬਸ ਤੁਹਾਡੇ ਨਾਲ ਜਿਹੜਾ ਹੈ ਉਹ ਡਿਸਕਸ ਹੋ ਗਿਆ। ਬੇਟਾ ਜੀ ਇਸ ਚੈਪਟਰ ਨੂੰ ਕੁਝ ਵੀ ਨਹੀਂ ਕੱਟਿਆ ਗਿਆ ਅਤੇ ਐਜ਼ ਸੱਚ ਇਹ ਜਿਹੜਾ ਚੈਪਟਰ ਹੈ ਤੁਹਾਡਾ ਪੇਪਰ 'ਚ ਆਉਣਾ ਹੈ ਔਰ ਬਹੁਤ ਹੀ ਇੰਪੋਰਟੈਂਟ ਚੈਪਟਰ ਹੈ। ਪਹਿਲਾ ਕੁਐਸਚਨ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ ਕਿ PCRA ਦਾ ਅਰਥ ਕੀ ਹੈ। ਬੇਟਾ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਇਹ ਤੁਹਾਡਾ ਚੈਪਟਰ ਪੈਟਰੋਲੀਅਮ ਦੇ ਨਾਲ ਹੈ ਤਾਂ ਆਪਸ਼ਨਸ 'ਚ ਜੋ ਵੀ ਦਿੱਤਾ ਹੈ ਪਬਲਿਕ ਸੁਰੱਖਿਅਨ ਖੋਜ ਕਮੇਟੀ, ਪੈਟਰੋਲੀਅਮ ਸੁਰੱਖਿਅਨ ਖੋਜ ਸਮਿਤੀ ਕਿ ਪਬਲਿਕ ਪ੍ਰੀਸ਼ਦ ਖੋਜ ਸਮਿਤੀ ਕਿ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਓਬਵੀਅਸ ਹੈ ਜੀ ਇਹਦੀ ਫੁੱਲ ਫਾਰਮ ਹੈ ਪੈਟਰੋਲੀਅਮ ਸੁਰੱਖਿਅਨ ਖੋਜ ਸਮਿਤੀ। PCRA ਦੀ ਫੁੱਲ ਫਾਰਮ ਹੈ ਪੈਟਰੋਲੀਅਮ ਸੁਰੱਖਿਅਨ ਖੋਜ ਸਮਿਤੀ। ਵੈਰੀ ਇੰਪੋਰਟੈਂਟ। ਚਲੋ ਜੀ ਠੀਕ ਹੈ ਜੀ। ਇੱਕ ਗੱਲ ਹੋਰ ਦੱਸਣਾ ਚਾਹੁੰਦੀ, ਕੋਲਾ ਤੇ ਪੈਟਰੋਲੀਅਮ ਜਿਹੜੇ ਹੈ ਤੁਹਾਡੇ ਉਹ ਕੀ ਹੁੰਦੇ ਨੇ? ਫੋਸਿਲ ਫਿਊਲਸ ਜਿਨ੍ਹਾਂ ਨੂੰ ਅਸੀਂ ਪਤਾਹਟ ਬਾਲਣ ਕਹਿੰਦੇ ਆ। ਅਗਲਾ ਕੁਐਸਚਨ ਹੈ ਜੀ LPG ਦੀ ਇੱਕ ਰੰਗਹੀਨ LPG ਜਿਹੜੀ ਤੁਹਾਡੇ ਸਿਲੰਡਰਸ 'ਚ ਹੁੰਦੀ ਹੈ ਵਟ ਇਜ਼ ਦਾ ਫੁੱਲ ਫਾਰਮ ਆਫ LPG ਜੋ ਕਿ ਬਹੁਤ ਹੀ ਇੰਪੋਰਟੈਂਟ ਹੈ। ਲਿਕੁਇਫਾਈਡ ਪੈਟਰੋਲੀਅਮ ਗੈਸ ਕੀ ਕਹਿੰਦੇ ਜੀ? ਲਿਕੁਇਫਾਈਡ ਪੈਟਰੋਲੀਅਮ ਗੈਸ। ਵੈਰੀ ਇੰਪੋਰਟੈਂਟ। LPG ਇਸ ਚੈਪਟਰ ਦੇ ਮਾਧਿਅਮ ਦੇ ਨਾਲ LPG ਤੇ CNG ਇਹ ਦੋ ਚੀਜ਼ਾਂ ਨਾਲ ਤੁਸੀਂ ਜਾਣੂ ਹੋਏ ਹੋ ਜਿਹਨੂੰ ਆਪਾਂ ਪੰਜਾਬੀ 'ਚ ਦ੍ਰਵਿਤ ਪੈਟਰੋਲੀਅਮ ਗੈਸ ਕਹਿ ਦਿੰਦੇ ਆ ਜੀ। ਦ੍ਰਵਿਤ ਪੈਟਰੋਲੀਅਮ ਗੈਸ। ਠੀਕ ਹੈ, ਗੈਸ। ਬੇਟਾ ਜੀ ਇਹ ਸਿੰਪਲੀਫਾਈਡ ਮਟੀਰੀਅਲ ਹੈ ਜਿਹੜਾ ਸਟੇਟ ਵੱਲੋਂ ਰਿਲੀਜ਼ ਹੋਇਆ ਉੱਤੇ ਹੀ ਮੈਂ ਇੰਪੋਰਟੈਂਟ ਕੁਐਸਚਨਸ ਲੈ ਰਹੀ ਹਾਂ। ਠੀਕ ਹੈ ਜੀ। ਰੰਗਹੀਨ ਅਤੇ ਗੰਧਹੀਨ ਗੈਸ ਹੈ ਪਰੰਤੂ ਜਦੋਂ ਕਦੇ ਸਿਲੰਡਰ ਵਿੱਚੋਂ ਲੀਕ ਹੋ ਜਾਂਦੀ ਹੈ ਤਾਂ ਬਹੁਤ ਤਿੱਖੀ ਗੰਧ ਆਉਂਦੀ ਹੈ। ਬੇਟਾ ਜੀ ਜਿੱਦਾਂ ਹੀ ਤੁਸੀਂ ਕਿਸੇ ਦੇ ਘਰ 'ਚ ਸਿਲੰਡਰ ਲੀਕ ਕਰਦਾ ਹੋਵੇ, ਸਿਲੰਡਰ 'ਚੋਂ LPG ਲੀਕ ਕਰਦੀ ਹੋਵੇ ਤਾਂ ਤੁਹਾਨੂੰ ਦੂਰ ਪਤਾ ਲੱਗ ਜਾਂਦਾ ਕਿ ਕਿਤੇ ਸਿਲੰਡਰ 'ਚੋਂ ਗੈਸ ਲੀਕ ਕਰ ਰਹੀ ਹੈ। ਇਹ ਕਿਉਂ ਲੀਕ ਕਰਦੀ ਹੈ? ਤਿੱਖੀ ਗੰਧ ਜ਼ਿੰਮੇਵਾਰੀ ਰਸਾਇਣ ਦਾ ਨਾਮ ਦੱਸੋ। ਇਥਾਈਲ ਅਲਕੋਹਲ, ਸੋਡੀਅਮ ਹਾਈਡਰੋਕਸਾਈਡ, ਇਥਾਈਲ ਮਰਕੈਪਟਨ ਕਿ ਕਾਰਬਨ ਮੋਨੋਆਕਸਾਈਡ। ਤਾਂ ਬੇਟਾ ਜੀ ਇਹਦਾ ਸਹੀ ਉੱਤਰ ਹੈ ਇਥਾਈਲ ਮਰਕੈਪਟਨ। ਇਥਾਈਲ ਮਰਕੈਪਟਨ। ਠੀਕ ਹੈ ਜੀ। ਤੀਜਾ ਕੁਐਸਚਨ ਹੈ ਅਸੀਂ ਜਾਣਦੇ ਹਾਂ ਕਿ ਪੈਟਰੋਲੀਅਮ ਕਈ ਸੰਗਠਨਾਂ ਨਾਲ ਮਿਲ ਕੇ ਬਣਿਆ ਹੋਇਆ ਹੈ, ਇੱਕ ਮਿਸ਼ਰਿਤ ਹੈ। ਇਸ ਦੇ ਸੰਗਠਨਾਂ ਨੂੰ ਕਿਸ ਵਿਧੀ ਦੁਆਰਾ ਵੱਖ ਕੀਤਾ ਜਾ ਸਕਦਾ ਹੈ? ਵੈਰੀ ਇੰਪੋਰਟੈਂਟ ਕੁਐਸਚਨ ਕਿ ਅਸੀਂ ਇਹਦੇ ਕਿਹੜੀ ਵਿਧੀ ਦੇ ਨਾਲ ਜਿਹੜੇ ਪੈਟਰੋਲੀਅਮ ਦੇ ਜਿਹੜੇ ਅੰਸ਼ਕ ਤੱਤ ਹੈ ਉਹਨਾਂ ਨੂੰ ਵੱਖਰਾ ਕਰ ਸਕਦੇ ਹਾਂ ਬੇਟਾ ਜੀ। ਔਰ ਉਸ ਵਿਧੀ ਨੂੰ ਆਪਾਂ ਕਹਿੰਦੇ ਆ ਅੰਸ਼ਕ ਕਸ਼ੀਦਾਨ, ਪੂਰਨ ਕਸ਼ੀਦਾਨ, ਕਸ਼ੀਦਾਨ ਕਿ ਇਹ ਸਾਰੇ। ਤਾਂ ਬੇਟਾ ਜੀ ਉਹਦਾ ਸਹੀ ਆਨਸਰ ਹੈ ਅੰਸ਼ਕ ਕਸ਼ੀਦਾਨ। ਠੀਕ ਹੈ ਜੀ। ਇਸ ਵਿਧੀ ਦੇ ਨਾਲ ਅਸੀਂ ਪੈਟਰੋਲ ਦੇ ਜਿੰਨੇ ਵੀ ਜਿਹੜੇ ਉਹਦੇ ਕੰਪੋਨੈਂਟਸ ਹੈ ਉਹਨਾਂ ਨੂੰ ਆਪਾਂ ਕੀ ਕਰ ਸਕਦੇ ਹਾਂ ਜੀ? ਅਲੱਗ ਕਰ ਸਕਦੇ ਹਾਂ। ਪੈਟਰੋਲੀਅਮ ਦੇ ਜਿਹੜੇ ਵੀ ਸਾਡੇ ਕੋਲ ਹੈ ਜਿੱਦਾਂ ਆਪਾਂ ਪੈਟਰੋਲ ਨੂੰ ਰਿਫਾਈਨ ਕਰਨਾ ਜਾਂ ਜਿੱਦਾਂ ਵੀ ਆਪਾਂ ਉਹਦੇ ਅੰਸ਼ਕ ਤੱਤ ਪ੍ਰਾਪਤ ਕਰਨੇ ਹੈ ਤਾਂ ਆਪਾਂ ਇਸ ਵਿਧੀ ਦੇ ਨਾਲ ਕਰ ਸਕਦੇ ਹਾਂ। ਚਲੋ ਜੀ ਫੋਰਥ ਕੁਐਸਚਨ ਦੀ ਗੱਲ ਕਰਦੇ ਹਾਂ। ਅਸੀਂ ਜਾਣਦੇ ਹਾਂ ਕਿ LPG ਗੈਸ ਹੈ ਪਰੰਤੂ ਇਸ ਨੂੰ ਸਿਲੰਡਰ ਵਿੱਚ ਦ੍ਰਵ ਰੂਪ ਵਿੱਚ ਭਰਿਆ ਜਾਂਦਾ ਹੈ। ਬਿਲਕੁਲ ਸਹੀ ਹੈ ਜੀ। ਭਾਵੇਂ ਗੈਸ ਹੈ ਪਰ ਆਪਾਂ ਉਹਨੂੰ ਦ੍ਰਵਿਤ ਰੂਪ ਕਰਕੇ ਭਰਦੇ ਹਾਂ ਕਿਉਂਕਿ ਦੇਖੋ ਤੁਸੀਂ ਉੱਪਰ ਮੈਂ ਕੀ ਲਿਖਿਆ? ਦ੍ਰਵਿਤ ਪੈਟਰੋਲੀਅਮ ਗੈਸ। ਠੀਕ ਹੈ ਜੀ। ਤਾਂ ਤੁਸੀਂ ਇਸ ਗੈਸ ਨੂੰ ਦ੍ਰਵ ਦੇ ਰੂਪ ਵਿੱਚ ਕਿਸ ਪ੍ਰਕਾਰ ਬਦਲਿਆ ਜਾਂਦਾ ਹੈ? ਆਇਤਨ ਵਧਾਉਣ ਨਾਲ, ਦਬਾਅ ਵਧਾਉਣ ਨਾਲ, ਤਾਪਮਾਨ ਵਧਾਉਣ ਨਾਲ ਕਿ ਦਬਾਅ ਘਟਾਉਣ ਨਾਲ? ਤਾਂ ਬੇਟਾ ਜੀ ਪ੍ਰੈਸ਼ਰ ਨੂੰ ਵਧਾਉਣ ਦੇ ਨਾਲ ਅਸੀਂ ਕਿਸੇ ਵੀ ਗੈਸ ਨੂੰ ਦ੍ਰਵਿਤ ਰੂਪ ਵਿੱਚ ਬਦਲ ਸਕਦੇ ਹਾਂ ਯਾਨੀ ਕਿ ਦਬਾਅ ਨੂੰ ਵਧਾਉਣ ਦੇ ਨਾਲ। ਪੰਜਵੇਂ ਕੁਐਸਚਨ ਦੀ ਡਿਸਕਸ਼ਨ ਤੁਹਾਡੇ ਨਾਲ ਕਰਦੀ ਹਾਂ। ਜਦੋਂ ਕੋਲਾ ਅਤੇ ਪੈਟਰੋਲੀਅਮ ਸੰਸਾਰ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਤਾਂ ਭਵਿੱਖ ਵਿੱਚ ਕਿਸ ਬਾਲਣ ਦੀ ਵਰਤੋਂ ਕੀਤੀ ਜਾਂਦੀ ਹੈ? ਲੱਕੜ, ਪਰਾਲੀ, ਸਰੋਂ ਦਾ ਤੇਲ, ਹਾਈਡਰੋਜਨ ਗੈਸ। ਬੇਟਾ ਜੀ ਜੇ ਬਾਈ ਚਾਂਸ ਪੈਟਰੋਲੀਅਮ ਜਾਂ ਕੋਲਾ ਇਸ ਦੁਨੀਆ ਤੋਂ ਪੂਰੀ ਤਰ੍ਹਾਂ ਖਤਮ ਹੋ ਗਏ ਤੇ ਆਪਾਂ ਜੀ ਫਿਰ ਇਹ ਪਦਾਰਥ ਬਾਲਣ ਦੁਨੀਆ ਤੋਂ ਖਤਮ ਹੋ ਗਏ ਤਾਂ ਆਪਾਂ ਕਿਹਦੀ ਵਰਤੋਂ ਕਰਾਂਗੇ ਜੀ? ਆਪਾਂ ਹਾਈਡਰੋਜਨ ਦੀ ਵਰਤੋਂ ਕਰਾਂਗੇ ਜੀ। ਕਿਹਦੀ ਵਰਤੋਂ ਕਰਾਂਗੇ? ਹਾਈਡਰੋਜਨ ਗੈਸ ਦੀ। ਕੋਕ ਇੱਕ ਬਾਲਣ ਦੇ ਤੌਰ ਤੇ ਕੋਲੇ ਤੋਂ ਕਿਵੇਂ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਜੀ? ਕੋਕ ਕਿਉਂ ਵਧੀਆ ਮੰਨਿਆ ਜਾਂਦਾ ਹੈ ਜੀ ਕੋਲੇ ਤੋਂ? ਕੋਲਾ ਇੱਕ ਖਣਿਜ ਹੈ ਜੋ ਧੂਏ ਨਾਲ ਜਲਦਾ ਹੈ ਜਦਕਿ
ਕੋਕ ਬਿਨਾਂ ਧੂਏ ਨਾਲ ਜਲਦਾ ਹੈ। ਕੋਲਾ ਕਾਰਬਨ ਦਾ ਇੱਕ ਅਸ਼ੁੱਧ ਰੂਪ ਹੈ ਜਦਕਿ ਕੋਕ ਕਾਰਬਨ ਦਾ ਸ਼ੁੱਧ ਰੂਪ ਹੈ। ਕੋਲੇ ਦਾ ਕੈਲੋਰੀ ਮੁੱਲ ਘੱਟ ਹੈ ਜਦਕਿ ਕੋਕ ਦਾ ਕੈਲੋਰੀ ਮੁੱਲ ਵੱਧ ਹੈ। ਉਪਰੋਕਤ ਸਾਰੇ ਬੇਟਾ ਜੀ ਇਹ ਤੁਹਾਡਾ ਡਿਫਰੈਂਸ ਵੀ ਹੋ ਗਿਆ ਕੋਲੇ ਤੇ ਕੋਕ 'ਚ, ਔਰ ਇਹਦੇ ਨਾਲ ਤੁਹਾਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਕੋਕ ਹੈ ਉਹ ਕਿਸ ਤਰ੍ਹਾਂ ਕੋਲੇ ਤੋਂ ਬੈਟਰ ਹੈ ਕਿ ਉਹ ਸ਼ੁੱਧ ਰੂਪ ਹੈ, ਉਹਦਾ ਕੈਲੋਰੀ ਮੁੱਲ ਵੱਧ ਹੈ, ਉਹ ਧੂਏ ਨਾਲ ਨਹੀਂ ਜਲਦਾ, ਯਾਨੀ ਕਿ ਉਪਰੋਕਤ ਸਾਰੇ। 7ਵਾਂ ਕੁਐਸਚਨ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ ਜੀ। ਹੇਠਾਂ ਦਿੱਤੀ ਕੋਲੇ ਦੀ ਕਿਸਮ ਦੀ ਉਸਦੀ ਕੁਆਲਿਟੀ ਦੇ ਅਨੁਸਾਰ ਲਹਿੰਦੇ ਕ੍ਰਮ ਵਿੱਚ ਲਿਖੋ। ਬੇਟਾ ਜੀ ਇੱਕ ਗੱਲ ਯਾਦ ਰੱਖਣੀ ਹੈ, ਤੁਸੀਂ ਲਹਿੰਦੇ ਕ੍ਰਮ 'ਚ ਲਿਖਣਾ ਹੈ। ਪੀਟ, ਬਿਟੂਮਨਸ, ਲਿਗਨੇਨਾਈਟ, ਐਂਥ੍ਰੇਸਾਈਟ, ਕਿਹੜੀ ਜਿਹੜੀ ਕੋਲੇ ਦੀ ਟਾਈਪ ਹੈ ਆਪਾਂ ਲਹਿੰਦੇ ਕ੍ਰਮ ਵਿੱਚ ਉਸਦੀ ਕੁਆਲਿਟੀ ਦੇ ਅਨੁਸਾਰ ਲਿਖਣਾ ਹੈ। ਤਾਂ ਬੇਟਾ ਜੀ ਸਭ ਤੋਂ ਜਿਹੜਾ ਸਾਡਾ ਸਹੀ ਕ੍ਰਮ ਹੈ ਆਹ ਵਾਲਾ ਹੈ, ਯਾਨੀ ਕਿ ਐਂਥ੍ਰਾਸਾਈਟ, ਬਿਟੂਮਨਸ, ਲਿਗਨੇਨਾਈਟ, ਪੀਟ। ਠੀਕ ਹੈ ਜੀ, ਸਾਡਾ ਸਹੀ ਉੱਤਰ ਈਡੀ ਹੈ। 8ਵਾਂ ਕੁਐਸਚਨ ਹੈ ਜੀ, ਲੱਖਾਂ ਸਾਲ ਪਹਿਲੇ ਜੰਗਲ ਕੁਦਰਤੀ ਘਟਨਾਵਾਂ ਕਾਰਨ ਮਿੱਟੀ ਹੇਠ ਦੱਬ ਗਏ, ਉਹਨਾਂ ਉੱਪਰ ਹੋਰ ਮਿੱਟੀ ਜੰਮ ਜਾਣ ਕਾਰਨ ਉਹ ਨਿਪੀੜਤ ਹੋ ਗਏ ਅਤੇ ਉਹਨਾਂ ਦਾ ਤਾਪਮਾਨ ਵੱਧਦਾ ਗਿਆ, ਜਿਸ ਨਾਲ ਉਹ ਜੰਗਲ ਕੋਲ ਵਿੱਚ ਬਦਲ ਗਏ। ਮ੍ਰਿਤ ਬਨਸਪਤੀ ਦੇ ਹੌਲੀ ਹੌਲੀ ਕੋਲੇ ਵਿੱਚ ਤਬਦੀਲ ਹੋਣ ਨੂੰ ਕੀ ਕਿਹਾ ਜਾਂਦਾ ਹੈ? ਕਿ ਜਿਹੜੀ ਮ੍ਰਿਤ ਬਨਸਪਤੀ ਤੁਹਾਡੀ ਹੈ ਜਿਹੜੀ ਹੌਲੇ ਹੌਲੇ ਤੁਹਾਡੇ ਕੋਲੇ ਵਿੱਚ ਜਿਹੜੀ ਹੈ ਬਦਲ ਗਈ ਹੈ, ਤਾਂ ਉਸਨੂੰ ਆਪਾਂ ਕੀ ਕਹਿੰਦੇ ਆ ਬੇਟਾ ਜੀ? ਉਸਨੂੰ ਆਪਾਂ ਪ੍ਰਕਾਸ਼ ਸੰਸਲੇਸ਼ਣ ਕਹਿੰਦੇ ਆ, ਆਕਸੀਕਰਨ ਕਹਿੰਦੇ ਆ, ਕਾਰਬਨੀਕਰਨ ਕਹਿੰਦੇ ਆ ਕਿ ਲਘੂਕਰਨ ਕਹਿੰਦੇ ਆ? ਬੇਟਾ ਜੀ ਇਸ ਪ੍ਰੋਸੈਸਰ ਨੂੰ ਆਪਾਂ ਕੀ ਕਹਿੰਦੇ ਆ ਜੀ? ਕਾਰਬਨਾਈਜੇਸ਼ਨ ਜਾਂ ਕਾਰਬਨੀਕਰਨ। ਠੀਕ ਹੈ, ਕੀ ਕਹਿੰਦੇ ਨੇ ਆ? ਕਾਰਬਨਾਈਜੇਸ਼ਨ, ਜਾਂ ਇਹਨੂੰ ਕੀ ਕਹਿੰਦੇ ਆ? ਕਾਰਬਨੀਕਰਨ। ਠੀਕ ਹੈ ਜੀ। 9th ਕੁਐਸਚਨ ਹੈ, ਪੈਟਰੋਲੀਅਮ ਦੀ ਸੁਧਾਈ ਵਿੱਚ ਸਭ ਤੋਂ ਵੱਧ ਉਬਲੇ ਦਰਜੇ ਦੀ ਭਾਫ ਕਿੱਥੋਂ ਪ੍ਰਾਪਤ ਹੁੰਦੀ ਹੈ? ਮਤਲਬ ਜਿਹੜੀ ਸਭ ਤੋਂ ਜ਼ਿਆਦਾ ਉਬਲਦੀ ਜਿਹੜੀ ਭਾਫ ਹੈ ਉਹ ਸਾਨੂੰ ਕਿਸ ਤੋਂ ਜਿਹੜੀ ਹੈ ਪੈਟਰੋਲੀਅਮ ਨੂੰ ਜਦੋਂ ਆਪਾਂ ਉਹਦੇ ਜਿਹੜੇ ਪਾਰਟਸ ਆ ਉਹਨਾਂ ਨੂੰ ਅਲੱਗ ਕਰਦੇ ਹਾਂ ਤਾਂ ਕਿੱਥੋਂ ਜਿਹੜੀ ਹੈ ਸਾਨੂੰ ਸਭ ਤੋਂ ਉੱਪਰਲੀ ਜਿਹੜੀ ਗੈਸ ਮੌਜੂਦ ਹੁੰਦੀ ਹੈ? ਸਭ ਤੋਂ ਉੱਪਰਲੇ ਹਿੱਸੇ ਵਿੱਚ, ਸਭ ਤੋਂ ਨਿਚਲੇ ਹਿੱਸੇ ਵਿੱਚ, ਮੱਧ ਹਿੱਸੇ ਵਿੱਚ ਦੱਸਿਆ ਨਹੀਂ ਜਾ ਸਕਦਾ ਬੇਟਾ ਜੀ। ਇਸ ਦਾ ਉੱਤਰ ਹੈ ਸਭ ਤੋਂ ਉੱਪਰਲੇ ਹਿੱਸੇ ਵਿੱਚ। ਠੀਕ ਹੈ ਜੀ। ਕੁਦਰਤੀ ਗੈਸ ਵਿੱਚ ਮੁੱਖ ਤੌਰ ਤੇ ਕਿਹੜੀ ਗੈਸ ਸ਼ਾਮਿਲ ਹੁੰਦੀ ਹੈ? ਬੇਟਾ ਇਹ ਕੁਐਸਚਨ ਵੈਰੀ ਇੰਪੋਰਟੈਂਟ ਹੈ। ਕੁਦਰਤੀ ਗੈਸ ਦੇ ਵਿੱਚ ਮੁੱਖ ਤੌਰ ਤੇ ਅਸੀਂ ਕਿਹੜੀ ਗੈਸ ਜਿਹੜੀ ਹੈ ਉਹ ਸ਼ਾਮਿਲ ਹੁੰਦੀ ਹੈ? ਜਿਹੜੀ ਕੁਦਰਤ ਦੀ ਜਿਹੜੀ ਆਪਾਂ ਕਹਿੰਦੇ ਕੁਦਰਤੀ ਗੈਸ, ਤਾਂ ਬੇਟਾ ਜੀ C2H6 ਹੈ, CH4 ਮੀਥੇਨ ਹੈ, C3H8 ਪ੍ਰੋਪੇਨ ਹੈ ਕਿ C4H10 ਬਿਊਟੇਨ ਹੈ? ਤਾਂ ਇਹਦਾ ਸਹੀ ਉੱਤਰ ਹੈ ਮੀਥੇਨ, ਯਾਨੀ ਇਹਦਾ ਸਹੀ ਉੱਤਰ ਕੀ ਹੈ? ਮੀਥੇਨ। ਪੈਟਰੋਲੀਅਮ ਦੀ ਸੁਧਾਈ ਦੌਰਾਨ ਕੱਚੇ ਪੈਟਰੋਲੀਅਮ ਨੂੰ ਕਿੰਨੇ ਤਾਪਮਾਨ ਤੇ ਗਰਮ ਕੀਤਾ ਜਾਂਦਾ ਹੈ? 600 ਡਿਗਰੀ ਸੈਲਸੀਅਸ, 400 ਤੋਂ 500 ਡਿਗਰੀ ਸੈਲਸੀਅਸ, 200 ਡਿਗਰੀ ਸੈਲਸੀਅਸ ਤੇ 100 ਡਿਗਰੀ ਸੈਲਸੀਅਸ। ਤਾਂ ਬੇਟਾ ਜੀ 400 ਤੋਂ 500 ਡਿਗਰੀ ਸੈਲਸੀਅਸ ਅਸੀਂ ਪੈਟਰੋਲੀਅਮ ਨੂੰ ਗਰਮ ਕਰਦੇ ਹਾਂ। ਕੁਐਸਚਨ 12ਵਾਂ ਹੈ ਜੀ, ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ, ਕਾਰਨ? ਵਪਾਰਕ ਮਹੱਤਤਾ ਦੇ ਕਾਰਨ ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ। ਇਹ ਸਹੀ ਹੈ। ਆਰ ਐੜਾ ਦੀ ਸਹੀ ਵਿਆਖਿਆ ਹੈ ਕਿ ਪੈਟਰੋਲੀਅਮ ਕਾਲਾ ਸੋਨਾ ਹੈ, ਬਿਲਕੁਲ ਸਹੀ ਹੈ, ਪਰ ਉਹਦੀ ਵਪਾਰਕ ਮਹੱਤਤਾ ਕਰਕੇ ਉਸਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ। ਇਹ ਸਹੀ ਹੈ। ਆਰ ਕਿਸੇ ਦੀ ਸਹੀ ਵਿਆਖਿਆ ਨਹੀਂ ਹੈ। ਇਹ ਠੀਕ ਹੈ, ਆਰ ਗਲਤ ਹੈ। ਇਹ ਗਲਤ ਹੈ, ਆਰ ਸਹੀ ਹੈ। ਬੇਟਾ ਜੀ ਇਹ ਗਲਤ ਹੈ, ਆਰ ਸਹੀ ਹੋ ਨਹੀਂ ਸਕਦਾ। ਇਹ ਠੀਕ ਹੈ, ਆਰ ਗਲਤ ਨਹੀਂ ਹੈ। ਆਰ ਬਿਲਕੁਲ ਸਹੀ ਹੈ ਕਿ ਕੋਲੇ ਦੀ ਬਹੁਤ ਜ਼ਿਆਦਾ ਵਪਾਰਕ ਮਹੱਤਤਾ ਹੈ। ਤਾਂ ਬੇਟਾ ਜੀ ਇਹਦਾ ਮਤਲਬ ਇਹਦਾ ਸਹੀ ਉੱਤਰ ਕੀ ਹੋਇਆ ਕਿ ਇਹ ਬਿਲਕੁਲ ਸਹੀ ਹੈ ਕਿ ਹਾਂਜੀ ਜਿਹੜਾ ਪੈਟਰੋਲੀਅਮ ਹੈ ਦੈਟ ਇਜ਼ ਬਲੈਕ ਗੋਲਡ, ਔਰ ਇਸ ਲਈ ਇਸ ਨੂੰ ਕਿਹਾ ਜਾਂਦਾ ਹੈ ਇਸ ਦੀ ਵਪਾਰਕ ਮਹੱਤਤਾ ਕਰਕੇ। 13ਵੇਂ ਕੁਐਸਚਨ ਦੀ ਗੱਲ ਕਰਾਂਗੀ, ਰਾਕੇਟ ਵਿੱਚ ਵਰਤੇ ਜਾਣ ਵਾਲੇ ਬਾਲਣ ਦੀਆਂ ਵਿਸ਼ੇਸ਼ਤਾਵਾਂ ਕੀ ਹਨ? ਜਿਹੜਾ ਰਾਕੇਟ ਵਿੱਚ ਸਾਡਾ ਬਾਲਣ ਵਰਤਿਆ ਜਾਂਦਾ ਹੈ ਉਸ ਦੀ ਵਿਸ਼ੇਸ਼ਤਾ ਕੀ ਹੈ? ਉਹ ਹਲਕਾ ਤੇ ਸੰਘਣਾ ਹੈ, ਉੱਚ ਕੈਲੋਰੀਮਾਨ ਹੈ, ਜ਼ਿਆਦਾ ਜਲਣਸ਼ੀਲ ਹੈ, ਉਪਰੋਕਤ ਸਾਰੇ। ਤਾਂ ਬੇਟਾ ਜੀ ਜਿਹੜਾ ਵੀ ਰਾਕੇਟ 'ਚ ਬਾਲਣ ਵਰਤਿਆ ਜਾਂਦਾ ਹੈ ਉਹ 'ਚ ਸਾਰੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਹਨ। ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਕੋਲ ਤਾਰ ਤੋਂ ਪ੍ਰਾਪਤ ਹੁੰਦਾ ਹੈ? ਔਰ ਇਹ ਮੈਨੂੰ ਉਮੀਦ ਹੈ ਕਿ ਇਹ ਕੁਐਸਚਨ ਦਾ ਆਨਸਰ ਤੁਹਾਨੂੰ ਬਹੁਤ ਜਿਹੜਾ ਈਜ਼ੀਲੀ ਆਂਦਾ ਹੋਏਗਾ। ਪੈਟਰੋਲ, ਕੋਕ, ਕੁਦਰਤੀ ਨੈਫਥਲੀਨ ਦੀ ਗੋਲੀਆਂ। ਬੇਟਾ ਜੀ ਜਿਹੜਾ ਇਹ 'ਚ ਕੋਲ ਤਾਰ 'ਚੋਂ ਪ੍ਰਾਪਤ ਹੁੰਦਾ ਹੈ ਉਹ ਹੁੰਦੀਆਂ ਨੈਫਥਲੀਨ ਦੀਆਂ ਗੋਲੀਆਂ। ਠੀਕ ਹੈ ਜੀ। 15ਵਾਂ ਕੁਐਸਚਨ ਹੈ, ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਪ੍ਰਯੋਗਸ਼ਾਲਾ ਵਿੱਚ ਮਰੇ ਹੋਏ ਜੀਵਾਂ ਤੋਂ ਤਿਆਰ ਕੀਤੇ ਜਾ ਸਕਦੇ ਹੈ, ਕਾਰਨ? ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਪ੍ਰਯੋਗਸ਼ਾਲਾ ਵਿੱਚ ਨਹੀਂ ਤਿਆਰ ਕੀਤੇ ਜਾ ਸਕਦੇ ਕਿਉਂਕਿ ਉਹਨਾਂ ਨੂੰ ਬਣਨ ਲਈ ਜ਼ਰੂਰ ਹਾਲਾਤਾਂ ਨੂੰ ਪ੍ਰਯੋਗਸ਼ਾਲਾ ਵਿੱਚ ਪੈਦਾ ਨਹੀਂ ਕੀਤਾ ਜਾ ਸਕਦਾ। ਬੇਟਾ ਜੀ ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਿ ਹਾਂਜੀ ਕਿਉਂਕਿ ਆਪਾਂ ਉਹਨਾਂ ਨੂੰ ਬਣਾ ਸਕਦੇ ਹਾਂ, ਉਹ ਕਹਿੰਦੇ ਕਿ ਆਪਾਂ ਉਹਨਾਂ ਨੂੰ ਨਹੀਂ ਬਣਾ ਸਕਦੇ ਕਿਉਂਕਿ ਜਿਹੜਾ ਹੈ ਇਹ ਪ੍ਰਯੋਗਸ਼ਾਲਾ 'ਚ ਆਪਾਂ ਉਹ ਕੰਡੀਸ਼ਨਸ, ਉਹ ਹਾਲਾਤਾਂ ਨਹੀਂ ਪੈਦਾ ਕਰ ਸਕਦੇ। ਇਹ ਸਹੀ ਹੈ।
ਆਰ ਸੰਬੋਧਨ ਇਹ ਸਹੀ ਦੀ ਵਿਆਖਿਆ ਹੈ। ਇਹ ਸਹੀ ਹੈ, ਆਰ ਕਿਸੇ ਦੀ ਸਹੀ ਵਿਆਖਿਆ ਨਹੀਂ ਹੈ। ਤੇ ਅੱਗੇ ਕੀ ਹੈ ਜੀ, ਇਹ ਠੀਕ ਹੈ, ਆਰ ਗਲਤ ਹੈ। ਬੇਟਾ ਜੀ ਤੁਹਾਨੂੰ ਇਹ ਪਤਾ ਹੈ ਕਿ ਪੈਟਰੋਲੀਅਮ ਤੇ ਕੁਦਰਤੀ ਗੈਸ ਨੂੰ ਆਪਾਂ ਕਦੀ ਵੀ ਪ੍ਰਯੋਗਸ਼ਾਲਾ 'ਚ ਨਹੀਂ ਬਣਾ ਸਕਦੇ, ਇਸ ਲਈ ਇਹ ਗਲਤ ਹੈ ਅਤੇ ਆਰ ਉਸਦੀ ਸਹੀ ਵਿਆਖਿਆ ਹੈ ਕਿ ਹਾਂਜੀ ਉਹ ਆਪਾਂ ਤਾਂ ਨਹੀਂ ਬਣਾ ਸਕਦੇ ਕਿਉਂਕਿ ਪ੍ਰਯੋਗਸ਼ਾਲਾ 'ਚ ਆਪਾਂ ਉਹ ਹਾਲਤ ਨਹੀਂ ਪੈਦਾ ਕਰ ਸਕਦੇ। 16ਵਾਂ ਕੁਐਸਚਨ ਹੈ, ਭੱਠੀਆਂ ਵਿੱਚ ਗਾੜਾ ਕਾਲੇ ਰੰਗ ਦਾ ਦਰਵ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸ ਦਰਵ ਦਾ ਨਾਮ ਹੈ ਡੀਜ਼ਲ, ਮਿੱਟੀ ਦਾ ਤੇਲ, ਬਿਊਟਾਮਿਨ, ਬਾਲਣ ਦਾ ਤੇਲ। ਜਿਹੜਾ ਭੱਠੀਆਂ ਵਿੱਚ ਆਪਾਂ ਗਾੜਾ ਕਾਲੇ ਰੰਗ ਦਾ ਦਰਵ ਬਾਲਣ ਵਰਤਦੇ ਹਾਂ, ਉਸ ਦਰਵ ਦਾ ਕੀ ਨਾਮ ਹੈ ਜੀ? ਡੀਜ਼ਲ, ਮਿੱਟੀ ਦਾ ਤੇਲ, ਬਿਊਟਾਮਿਨ ਕੇ ਬਾਲਣ ਤੇਲ, ਤੇ ਉਸ ਦਾ ਨਾਮ ਹੈ ਜੀ ਡੀਜ਼ਲ। ਠੀਕ ਹੈ ਜੀ। ਅੱਗੇ ਆ ਗਿਆ, ਨੇਹਾ ਆਪਣੀ ਮਾਤਾ ਜੀ ਨਾਲ ਇੱਕ ਬੱਸ ਵਿੱਚ ਯਾਤਰਾ ਕਰ ਰਹੀ ਸੀ। ਉਸਨੇ ਦੇਖਿਆ ਕਿ ਨਵੀਂ ਸੜਕ ਬਣਾਉਣ ਲਈ ਸੜਕ ਉੱਤੇ ਇੱਕ ਕਾਲਾ ਤਰਲ ਫੈਲਾਇਆ ਜਾ ਰਿਹਾ ਹੈ। ਉਸਨੇ ਕਲਾਸ ਵਿੱਚ ਆਪਣੀ ਵਿਗਿਆਨ ਅਧਿਆਪਕਾ ਤੋਂ ਇਸ ਤਰਲ ਬਾਰੇ ਪੁੱਛਿਆ। ਉਸਦੇ ਅਧਿਆਪਕ ਨੇ ਕਿਹਾ ਕਿ ਕਾਲਾ ਤਰਲ ਘਰ ਦੀ ਛੱਤਾਂ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਇਹ ਕਾਲਾ ਤਰਲ ਹੈ ਡੀਜ਼ਲ, ਮਿੱਟੀ ਦਾ ਤੇਲ, ਬਿਊਟਾਮਿਨ ਕੇ ਪੈਰਾਫਿਨ ਮੋਮ। ਤਾਂ ਬੇਟਾ ਜੀ ਇਹ ਕੀ ਹੈ ਜੀ? ਜਿਹੜੀ ਆਪਾਂ ਉਹ ਤੁਸੀਂ ਜਿਹਨੂੰ ਲੁੱਕ ਕਹਿ ਦਿੰਦੇ ਹੋ ਜੀ, ਇਹਨੂੰ ਬਿਊਟਾਮਿਨ ਕਹਿੰਦੇ ਆ ਸਾਇੰਟਿਫਿਕ ਭਾਸ਼ਾ 'ਚ। 18ਵਾਂ ਕੁਐਸਚਨ ਹੈ, ਮਨਪ੍ਰੀਤ ਆਪਣੀ ਨਾਨੀ ਦੇ ਘਰ ਵਿੱਚ ਛੁੱਟੀਆਂ ਮਨਾਉਣ ਲਈ ਦਿੱਲੀ ਗਈ। ਉਸਨੇ ਘਰ ਜਾਣ ਲਈ ਹਰਾ ਆਟੋ ਰਿਕਸ਼ਾ ਲੈ ਲਿਆ। ਉਸਨੇ ਕਈ ਕਾਲੇ ਰੰਗ ਦੇ ਆਟੋ ਰਿਕਸ਼ੇ ਵੀ ਦੇਖੇ ਜੋ ਜ਼ਿਆਦਾ ਧੂਏ ਦਾ ਉਤਪਾਦਨ ਕਰ ਰਹੇ ਸਨ। ਉਸਨੇ ਆਟੋ ਰਿਕਸ਼ਾ ਡਰਾਈਵਰ ਨੂੰ ਇਸ ਬਾਰੇ ਪੁੱਛਿਆ। ਆਟੋ ਰਿਕਸ਼ਾ ਦੇ ਡਰਾਈਵਰ ਨੇ ਜਵਾਬ ਦਿੱਤਾ ਕਿ ਇੱਥੋਂ ਹਰੀਆਂ ਬੱਸਾਂ ਵੀ ਹਨ। ਇਹ ਹਰੇ ਰੰਗ ਦੇ ਵਾਹਨ ਇੱਕ ਗੈਸ ਨਾਲ ਚੱਲਦੇ ਹਨ ਜੋ ਘੱਟ ਧੂਆ ਪੈਦਾ ਕਰਦੀ ਹਨ। ਇਹ ਬਾਲਣ ਸਸਤਾ ਵੀ ਹੈ। ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਉਸ ਖਾਸ ਕਿਸਮ ਦੇ ਆਟੋ ਰਿਕਸ਼ਾ ਵਿੱਚ ਵਰਤੀ ਜਾਣ ਵਾਲੀ ਗੈਸ ਕਿਹੜੀ ਹੈ ਜੀ? ਬੇਟਾ ਜੀ ਇਹ ਕੁਐਸਚਨ ਪਾਸ ਚੋਂ ਲਿਆ ਗਿਆ ਹੈ, ਵੈਰੀ ਇੰਪੋਰਟੈਂਟ ਕੁਐਸਚਨ ਹੈ ਕਿ ਹਾਈਡਰੋਜਨ ਹੈ, CNG ਹੈ, LPG ਹੈ ਕਿ ਨਾਈਟ੍ਰੋਜਨ ਹੈ। ਤਾਂ ਬੇਟਾ ਜੀ ਇਹਦਾ ਸਹੀ ਉੱਤਰ ਹੈ CNG, ਜਿਸ ਨੂੰ ਅਸੀਂ ਕਹਿੰਦੇ ਹਾਂ ਕੰਪਰੈਸਡ ਨੈਚੁਰਲ ਗੈਸ। ਕੀ ਕਹਿੰਦੇ ਆ ਜੀ? ਕੰਪਰੈਸਡ ਨੈਚੁਰਲ ਗੈਸ। ਚਲੋ ਜੀ ਅਗਲੀ ਗੱਲ ਕਰਦੇ ਹਾਂ। ਸ਼ਿੰਗਾਰੇ ਨੇ ਅਖਬਾਰ ਵਿੱਚ ਪੜ੍ਹਿਆ ਕੁਝ ਲੋਕ ਜਿਹੜੇ ਹੈ ਕੋਲਿਆਂ ਨੂੰ ਅੱਗ ਲਗਾ ਕੇ ਬੰਦ ਕਮਰੇ ਵਿੱਚ ਸੌ ਰਹੇ ਸਨ। ਸਵੇਰ ਨੂੰ ਸਾਰੇ ਮਰੇ ਪਏ ਸਨ। ਸ਼ਿੰਗਾਰਾ ਹੈਰਾਨ ਹੋ ਗਿਆ ਕਿ ਆਪਣੇ ਵਿਗਿਆਨ ਅਧਿਆਪਕ ਤੋਂ ਪੁੱਛਿਆ ਕਿ ਕੋਲਿਆਂ ਦੀ ਅੱਗ ਕਿਵੇਂ ਮੌਤ ਦਾ ਕਾਰਨ ਬਣ ਸਕਦੀ ਹੈ। ਅਧਿਆਪਕ ਨੇ ਸਪਸ਼ਟ ਕੀਤਾ, ਜਦੋਂ ਕਿ ਹਵਾ ਦੀ ਘੱਟ ਦੀ ਸਪਲਾਈ ਵਿੱਚ ਬਾਲਣ ਨੂੰ ਜਲਾਇਆ ਜਾਂਦਾ ਹੈ ਤਾਂ ਇੱਕ ਰੰਗਹੀਨ ਗੰਧਹੀਨ ਗੈਸ ਪੈਦਾ ਹੁੰਦੀ ਹੈ ਜੋ ਮੌਤ ਦਾ ਕਾਰਨ ਬਣਦੀ ਹੈ। ਬੇਟਾ ਜੀ ਉਸ ਗੈਸ ਨੂੰ ਅਸੀਂ ਕੀ ਕਹਿੰਦੇ ਆ? ਜਦੋਂ ਆਪਾਂ ਇਨਸਫੀਸ਼ੀਐਂਟ ਸਪਲਾਈ ਆਫ ਆਕਸੀਜਨ ਦੇ ਵਿੱਚ ਜਿਹੜੀ ਗੈਸ ਹੈ ਉਹਨੂੰ ਆਪਾਂ ਜਿਹੜਾ ਹੈ ਬਾਲਦੇ ਹਾਂ ਤਾਂ ਉਹ ਜਿਹੜੀ ਗੈਸ ਪੈਦਾ ਹੁੰਦੀ ਹੈ ਬੇਟਾ ਜੀ, ਉਹ ਤੁਹਾਡੇ ਪਿਛਲੇ ਪੇਪਰ 'ਚ ਉਹਦੀ ਫੁੱਲ ਫਾਰਮ ਵੀ ਪੁੱਛੀ ਗਈ ਸੀ, CO, ਜਿਸਨੂੰ ਆਪਾਂ ਕੀ ਕਹਿੰਦੇ ਆ? ਕਾਰਬਨ ਮੋਨੋਆਕਸਾਈਡ, ਜਿਹਨੂੰ ਆਪਾਂ ਕੀ ਕਹਿੰਦੇ ਆ? ਕਾਰਬਨ ਮੋਨੋਆਕਸਾਈਡ। ਠੀਕ ਹੈ ਜੀ। ਚਲੋ 20ਵੇਂ ਕੁਐਸਚਨ ਦੀ ਗੱਲ ਕਰਦੇ ਹਾਂ। ਦਿੱਲੀ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਹੈ। ਪੈਟਰੋਲ ਅਤੇ ਡੀਜ਼ਲ ਵਾਹਨਾਂ ਕਾਰਨ ਦਿੱਲੀ ਦੀ ਹਵਾ ਖਤਰਨਾਕ ਦਰਜੇ ਤੱਕ ਪ੍ਰਦੂਸ਼ਿਤ ਹੈ। ਇਸ ਲਈ ਸਰਕਾਰ ਨੇ ਉੱਥੇ ਪੈਟਰੋਲ ਅਤੇ ਡੀਜ਼ਲ ਦੀ ਸਥਾਨ ਡੈਸ਼ ਦੀ ਵਰਤੋਂ ਦੇ ਸੁਝਾਅ ਦਿੱਤੇ ਹਨ ਜੋ ਪ੍ਰਦੂਸ਼ਣ ਨੂੰ ਕੰਟਰੋਲ ਕਰਦਾ ਹੈ। ਬੇਟਾ ਜੀ ਇਹ ਪਿਛਲੇ 18ਵੇਂ ਕੁਐਸਚਨ 'ਚ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ। ਬੇਸਿਕਲੀ ਦੈਟ ਇਜ਼ CNG, ਔਰ ਜਿਹਦੀ ਫੁੱਲ ਫਾਰਮ ਕੀ ਹੈ? CNG ਨੂੰ ਆਪਾਂ ਇੰਗਲਿਸ਼ ਕਹਿੰਦੇ ਆ ਕੰਪਰੈਸਡ ਨੈਚੁਰਲ ਗੈਸ। ਕੀ ਕਹਿੰਦੇ ਆ ਜੀ? ਕੰਪਰੈਸਡ ਨੈਚੁਰਲ ਗੈਸ। ਔਰ ਇਹਨੂੰ ਬੇਸਿਕਲੀ ਦਿਸ ਇਜ਼ ਨੈਚੁਰਲ ਗੈਸ ਔਰ ਪ੍ਰਕਿਰਤਿਕ ਗੈਸ ਹੈ ਇੱਕ ਤਰ੍ਹਾਂ ਦੀ। ਠੀਕ ਹੈ ਜੀ। CNG ਦੈਟ ਇਜ਼ ਹੈ ਨਾ, CNG ਨਪੀੜਤ ਕੁਦਰਤੀ ਗੈਸ ਹੈ ਜੀ। ਚਲੋ 21ਵੇਂ ਕੁਐਸਚਨ ਦੀ ਗੱਲ ਕਰਦੇ ਹਾਂ। ਤਾਜ ਮਹਿਲ ਸਾਡੇ ਦੇਸ਼ ਦਾ ਇਤਿਹਾਸਿਕ ਇਮਾਰਤ ਹੈ ਜੋ ਸਫੇਦ ਸੰਗਮਰਮਰ ਤੋਂ ਬਣੀ ਹੈ। ਇਸ ਦੇ ਆਸ-ਪਾਸ ਵਾਲੇ ਇਲਾਕੇ ਬਹੁਤ ਜ਼ਿਆਦਾ ਵਾਹਨਾਂ ਜਾਂ ਧੂਆਂ ਤੇ ਫੈਕਟਰੀਆਂ ਦਾ ਧੂਆਂ ਤੇਜ਼ਾਬੀ ਮੀਂਹ ਪੈਦਾ ਕਰਦਾ ਹੈ, ਜਿਸ ਨਾਲ ਸਫੇਦ ਸੰਗਮਰਮਰ ਜਿਹੜਾ ਹੈ ਉਹ ਪੀਲਾ ਪੈ ਗਿਆ ਹੈ। ਤਾਂ ਇਸ ਨੂੰ ਆਪਾਂ ਕੀ ਕਹਿੰਦੇ ਆ? ਪੀਲਾ ਪੈ ਗਿਆ ਹੈ। ਹੇਠ ਲਿਖੀਆਂ ਵਿੱਚੋਂ ਕਿਹੜੀ ਰਸਾਇਣਿਕ ਸਮੀਕਰਨ ਤੇਜ਼ਾਬੀ ਮੀਂਹ ਨੂੰ ਦਰਸਾਉਂਦੀ ਹੈ? ਇਹਨੂੰ ਬੇਟਾ ਜੀ ਇਹ O3 ਜਿਹੜਾ ਹੈ ਇਹ ਓਜ਼ੋਨ ਦਾ ਫਾਰਮੂਲਾ, H2 ਵਾਟਰ ਹੈ। ਸਲਫਰ ਡਾਈਆਕਸਾਈਡ ਜਦੋਂ ਪਾਣੀ ਨਾਲ ਮਿਲ ਜਾਂਦੀ ਹੈ ਤਾਂ ਇਹ ਸਲਫਰਸ ਐਸਿਡ ਬਣਾ ਦਿੰਦੀ ਹੈ। ਔਰ ਇਹ ਤੁਹਾਡੀ ਜੀ ਗਲੂਕੋਸ ਦੀ ਯਾਨੀ ਕਿ ਫੋਟੋਸਿੰਥੇਸਿਸ ਦੀ ਉਲਟੀ ਜਿਹੜੀ ਕਿਰਿਆ ਹੈ। ਤੇ ਇਹਦਾ ਮਤਲਬ ਸਹੀ ਉੱਤਰ ਕੀ ਹੈ ਜੀ? ਸਲਫਰ ਡਾਈਆਕਸਾਈਡ ਤੋਂ ਜੋ ਵੀ ਬਣਦਾ ਹੈ ਦੈਟ ਇਜ਼ ਸਲਫਰ ਡਾਈਆਕਸਾਈਡ ਪਲੱਸ ਵਾਟਰ, ਦੇयर इज अ सल्फरस एसिड। ਹੇਠ ਦਿੱਤਾ ਇੱਕ ਚਿੱਤਰ ਦਰਸਾਇਆ ਗਿਆ ਹੈ ਜੀ।
ਕਿਸੇ ਇਹ ਕਿਹਦਾ ਹੈ ਜੀ, ਕਿਸੇ ਫੈਕਟਰੀ ਦੀ ਭੱਠੀ ਦਾ, ਕੋਲੇ ਦਾ ਬਲਣਾ, ਪੈਟਰੋਲੀਅਮ ਦੀ ਸੁਧਾਈ, ਬਿਜਲੀ ਜਨਰੇਟਰ। ਤਾਂ ਬੇਟਾ ਜੀ ਇਹ ਪੈਟਰੋਲੀਅਮ ਦੀ ਸੁਧਾਈ ਦਾ ਚਿੱਤਰ ਹੈ। ਜਦੋਂ ਕੋਲੇ ਨੂੰ ਹਵਾ ਦੀ ਗੈਰ ਮੌਜੂਦਗੀ ਵਿੱਚ ਗਰਮ ਕੀਤਾ ਜਾਂਦਾ ਹੈ ਤਾਂ ਪਿੱਛੇ ਕਾਲਾ ਮੁਸਾਮਤਦਾਰ ਅਤੇ ਖੁਰਦਰਾ ਪਦਾਰਥ ਬਚ ਜਾਂਦਾ ਹੈ ਜੋ ਧਾਤਾਂ ਦੇ ਨਿਸ਼ਕਰਸ਼ਣ ਤੇ ਕੰਮ ਆਉਂਦਾ ਹੈ। ਉਸ ਪਦਾਰਥ ਦਾ ਕੀ ਨਾਂ ਹੈ? ਕੋਲਤਾਰ, ਕੋਕ, ਕਾਲਾ ਤੇਲ ਕਿ ਗਰੀਸ? ਬੇਟਾ ਜੀ ਉਸ ਦਾ ਨਾਮ ਹੈ ਕੋਕ। ਉਸ ਦਾ ਨਾਮ ਕੀ ਹੈ? ਕੋਕ। ਠੀਕ ਹੈ। 24th ਕੁਐਸਚਨ ਜਿਹੜੇ ਹੈ ਉਹ ਤੁਹਾਡੇ ਜੀ ਮੈਚ ਹੈ ਲਿਗਨੇਨਾਈਟ ਦਾ। ਕੀ ਮੈਚ ਹੈ ਜੀ? ਤਾਂ ਲਿਗਨੇਨਾਈਟ ਦਾ ਮੈਚ ਹੈ ਭੂਰਾ ਅਤੇ ਨਰਮ। ਕੀ ਹੈ ਜੀ? ਭੂਰਾ ਅਤੇ ਨਰਮ। ਠੀਕ ਹੈ। ਇੱਥੇ ਨੰਬਰ 1 ਪਾ ਦਈਏ। ਬਿਊਟੇਮਿਨਸ ਦਾ ਮੈਚ ਕੀ ਹੈ ਜੀ? ਬਿਊਟੇਮਿਨਸ ਦਾ ਮੈਚ ਹੈਗਾ ਹੈ ਜੀ ਕਾਲਾ ਅਤੇ ਨਰਮ। ਕੀ ਹੈ ਜੀ? ਕਾਲਾ ਅਤੇ ਨਰਮ। ਤੇ ਐਂਥਰਾਸਾਈਟ ਦਾ ਮੈਚ ਕੀ ਹੈ ਜੀ? ਕਾਲਾ, ਚਮਤਕਾਰ ਅਤੇ ਸਖਤ। ਠੀਕ ਹੈ ਜੀ। ਤੇ ਪੀਟ ਦਾ ਕੀ ਹੈ? ਜਲਨ ਤੇ ਧੂਆਂ, ਬਹੁਤ ਧੂਆਂ ਤੇ ਸੁਆਹ ਪੈਦਾ ਕਰਦਾ। ਇਹ 4। ਤਾਂ ਠੀਕ ਹੈ ਜੀ। ਇਹਦਾ ਮਤਲਬ ਸਾਡੀ ਪਹਿਲੀ ਆਪਸ਼ਨ ਬਿਲਕੁਲ ਜਿਹੜੀ ਹੈ ਸਹੀ ਹੈ। ਚਲੋ ਜੀ ਲਾਸਟ ਕੁਐਸਚਨ ਇਸ ਚੈਪਟਰ ਦਾ ਹੈ। ਸੰਬੋਧਨ ਦੇ ਕੀਤਾ ਗਿਆ ਕਿ ਮ੍ਰਿਤ ਬਨਸਪਤੀ ਦੇ ਕੋਲੇ ਵਿੱਚ ਪਰਿਵਰਤਨ ਦੀ ਹੌਲੀ ਪ੍ਰਕਿਰਿਆ ਨੂੰ ਕਸ਼ੀਦਨ ਕਿਹਾ ਜਾਂਦਾ ਹੈ। ਕਾਰਨ? ਜਦੋਂ ਕੋਲੇ ਨੂੰ ਹਵਾ ਵਿੱਚ ਜਲਾਇਆ ਜਾਂਦਾ ਹੈ ਤਾਂ ਮੁੱਖ ਤੌਰ ਤੇ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ। ਕਹਿੰਦਾ ਜਿਹੜੀ ਮ੍ਰਿਤ ਬਨਸਪਤੀ ਹੈ ਉਹਨੂੰ ਕੋਲੇ ਵਿੱਚ ਪਰਿਵਰਤਨ ਦੀ ਹੌਲੀ ਪ੍ਰਕਿਰਿਆ ਨੂੰ ਕਸ਼ੀਦਨ ਕਿਹਾ ਜਾਂਦਾ ਹੈ। ਜਦੋਂ ਕੋਲੇ ਨੂੰ ਹਵਾ ਵਿੱਚ ਜਲਾਇਆ ਜਾਂਦਾ ਹੈ ਤਾਂ ਮੁੱਖ ਤੌਰ ਤੇ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ। ਇਹ ਸਹੀ ਹੈ ਅਤੇ ਆਰ ਸਹੀ ਦੀ ਜਿਹੜੀ ਵਿਆਖਿਆ ਹੈ ਇਹ ਸਹੀ ਹੈ ਤੇ ਆਰ ਸਹੀ ਜਾਣਕਾਰੀ ਨਹੀਂ ਹੈ। ਇਹ ਠੀਕ ਹੈ ਅਤੇ ਆਰ ਗਲਤ ਹੈ। ਇਹ ਗਲਤ ਹੈ ਅਤੇ ਆਰ ਸਹੀ ਹੈ। ਬੇਟਾ ਜੀ ਇਹ ਬਿਲਕੁਲ ਗਲਤ ਹੈ। ਜਿਹੜੀ ਮ੍ਰਿਤ ਵਨਸਪਤੀ ਦੀ ਕੋਲੇ ਵਿੱਚ ਪਰਿਵਰਤਨ ਦੀ ਹੌਲੀ ਪ੍ਰਕਿਰਿਆ ਨੂੰ ਕਸ਼ੀਦਨ ਨਹੀਂ ਕਿਹਾ ਜਾਂਦਾ। ਹੁਣ ਤਾਂ ਆਪਾਂ ਕਹਿ ਦਿੱਤਾ ਨਾ ਉਹਨੂੰ ਕਸ਼ੀਦਨ ਨਹੀਂ ਕਿਹਾ ਜਾਂਦਾ। ਔਰ ਇਹ ਆਰ ਸਹੀ ਹੈ ਕਿ ਜਦੋਂ ਕੋਲੇ ਨੂੰ ਹਵਾ ਵਿੱਚ ਜਲਾਇਆ ਜਾਂਦਾ ਤਾਂ ਮੁੱਖ ਤੌਰ ਤੇ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ। ਜੇ ਤੁਸੀਂ ਇਨਸਫੀਸ਼ੀਐਂਟ ਸਪਲਾਈ 'ਚ ਜਿਹੜਾ ਹੈ ਉਹ ਕਰੋਗੇ ਤਾਂ ਫਿਰ ਤੁਹਾਡੇ ਕੋਲ ਕੀ ਪੈਦਾ ਹੋਏਗਾ? ਫਿਰ ਤੁਹਾਡੇ ਕੋਲ ਬੇਟਾ ਜੀ ਪੈਦਾ ਹੋਏਗਾ ਫਿਰ ਤੁਹਾਡੇ ਕੋਲ ਇਹ ਪੈਦਾ ਹੋਏਗਾ ਜਿਹੜਾ ਕੀ ਕਹਿੰਦੇ ਕਾਰਬਨ ਮੋਨੋਆਕਸਾਈਡ। ਤੇ ਇਸੇ ਤਰ੍ਹਾਂ ਆਪਾਂ ਕਰਦੇ ਰਹਿਣਾ ਤੇ ਤਿਆਰੀ ਆਪਣੀ। ਪੇਪਰ ਬਹੁਤ ਇੰਪੋਰਟੈਂਟ ਹੈ। ਹੋਪਫੁਲੀ ਤੁਹਾਨੂੰ ਇਹ ਲੈਸਨ ਸਮਝ ਆਇਆ ਹੋਏਗਾ। ਟਿਲ ਦੈਨ ਬੇਟਾ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ। ਗੁੱਡ ਬਾਏ।